सोदास गुरु सुख रास हरे जम त्रास हृदा निष्काम। गुरु रामदास जी का जन्म लाहौर चूना मंडी होया। उन्हां दे पिता का नाम हरदास अते माता का नाम दया कौर सी, जद कि भाई संतोख सिंह ने खेम कौर लिखिया है। गुरु रामदास का जन्म 24 सितंबर 1534 ईस्वी कतक वदी दूज संमत 1591 ਨੂੰ ਹੋਇਆ। ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਅਨੁਸਾਰ ਆਪ ਦਾ ਮੱਥਾ ਚੌੜਾ, ਰੰਗ ਗੋਰਾ ਅਤੇ ਮੋਟੇ ਨਕਸ਼ ਸਨ। 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਮਾਤਾ ਪਿਤਾ ਦੋਨੋਂ ਗੁਜ਼ਰ ਗਏ ਸਨ। ਉਹਨਾਂ ਦੀ ਨਾਨੀ ਜੋ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਰਹਿੰਦੀ ਸੀ, ਉਸਨੇ ਉਹਨਾਂ ਨੂੰ ਪਾਲਿਆ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਭਾਈ ਜੇਠਾ ਸੀ। ਭਾਈ ਜੇਠਾ ਜੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਿਆ ਕਰਦੇ ਸਨ। ਗੁਰੂ ਰਾਮਦਾਸ ਜੀ ਦੀ ਸ਼ਾਦੀ ਬਾਰੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹ ਗੋਇੰਦਵਾਲ ਵਿਖੇ ਹੋਈ, ਜਿੱਥੇ ਸ਼੍ਰੀ ਰਾਮਦਾਸ ਜੀ ਗੋਇੰਦਵਾਲ ਵਿਖੇ ਬੌਲੀ ਦੀ ਸੇਵਾ ਕਰਦੇ ਸਨ। ਬੀਬੀ ਭਾਨੀ ਜੀ ਦੀ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਲਈ ਕੋਈ ਵਰ ਲੱਭੋ। ਤਾਂ ਗੁਰੂ ਜੀ ਨੇ ਪੁੱਛਿਆ ਕਿ ਲੜਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਾਂ ਉਸ ਵੇਲੇ ਜੇਠਾ ਜੀ ਬੌਲੀ ਦੀ ਸੇਵਾ ਕਰਦੇ ਹੋਏ ਮਿੱਟੀ ਦੀ ਟੋਕਰੀ ਲੈ ਕੇ ਜਾ ਰਹੇ ਸਨ। ਤਦ ਮਾਤਾ ਜੀ ਨੇ ਦੇਖ ਕੇ ਕਿਹਾ ਕਿ ਇਹੋ ਜਿਹਾ ਲੜਕਾ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਜੇਠਾ ਜੀ ਨੂੰ ਬੁਲਾਇਆ ਅਤੇ ਪੁੱਛਗਿੱਛ ਕਰਕੇ ਉਸ ਨਾਲ ਆਪਣੀ ਪੁੱਤਰੀ ਬੀਬੀ ਭਾਨੀ ਦੀ ਮੰਗਣੀ ਕਰ ਦਿੱਤੀ। ਪਰ ਇਹ ਧਾਰਨਾ ਠੀਕ ਨਹੀਂ ਲੱਗਦੀ। ਜਦੋਂ ਜੇਠਾ ਜੀ ਆਪਣੀ ਨਾਨੀ ਨਾਲ ਬਾਸਰਕੇ ਰਹਿੰਦੇ ਸਨ, ਤਾਂ ਬਾਸਰਕੇ ਵਿੱਚ ਗੁਰੂ ਬਣਨ ਤੋਂ ਪਹਿਲਾਂ ਸ਼੍ਰੀ ਅਮਰਦਾਸ ਜੀ ਵੀ ਰਹਿੰਦੇ ਸਨ। ਇੱਕੋ ਪਿੰਡ ਵਿੱਚ ਰਹਿਣ ਕਰਕੇ ਉਹ ਜੇਠਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਮਹਿਮਾ ਪ੍ਰਕਾਸ਼ ਅਨੁਸਾਰ ਬੀਬੀ ਭਾਨੀ ਜੀ ਦੀ ਸ਼ਾਦੀ ਗੋਇੰਦਵਾਲ ਨਹੀਂ, ਪਿੰਡ ਬਾਸਰਕੇ ਹੋਈ। ਮਹਿਮਾ ਪ੍ਰਕਾਸ਼ ਵਿੱਚ ਅੰਕਿਤ ਹੈ ਕਿ ਸ਼੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਉਹਨਾਂ ਦੇ ਪੁੱਛਣ 'ਤੇ ਦੱਸਿਆ, ਅਬ ਗ੍ਰਹਿ ਆਸ਼ਰਮ ਸੁਨੋ ਜੋ ਅਹੀ, ਦੋਏ ਕੰਨਿਆ ਸਾਹਿਬ ਗ੍ਰਹਿ ਪਈ, ਤਾਂ ਕਾ ਕੁਟੰਬ ਕਾਜ ਸਭ ਕੀਨਾ, ਬਿਧ ਸੰਜੋਗ ਵਿਆਹ ਕਰ ਦੀਨਾ। ਇੱਕ ਥਾਂ ਹੋਰ ਲਿਖਿਆ ਹੈ, ਹੋਏ ਦਿਆਲ ਪ੍ਰਭ ਪੂਛਤ ਭਏ, ਤੁਮਰੇ ਸੰਤਾਨ ਪੁਰਖਾ ਕਿਆ ਅਹੇ, ਗੁਰ ਅਮਰ ਸਾਹਿਬ ਸਭ ਕਥਾ ਸੁਣਾਈ, ਦੋਏ ਕੰਨਿਆ ਥੀ ਸੋ ਦੋ ਵਿਆਹੀ। ਸੋ ਗੋਬਿੰਦਵਾਲ ਆਬਾਦ ਹੋਣ ਤੋਂ ਪਹਿਲਾਂ ਹੀ ਬੀਬੀ ਭਾਨੀ ਜੀ ਦੀ ਸ਼ਾਦੀ ਹੋ ਚੁੱਕੀ ਸੀ। ਗੁਰੂ ਰਾਮਦਾਸ ਜੀ ਦੇ ਘਰ ਵਿੱਚ 3 ਪੁੱਤਰ ਹੋਏ, ਪਿਰਥੀ ਚੰਦ, ਮਹਾਦੇਵ ਅਤੇ ਅਰਜਨ ਦੇਵ ਜੀ। ਇੱਕ ਦਿਨ ਲਾਹੌਰ ਦੀ ਸੰਗਤ ਗੰਗਾ ਨੂੰ ਜਾ ਰਹੀ ਸੀ ਅਤੇ ਉਹ ਗੋਇੰਦਵਾਲ ਆ ਕੇ ਠਹਿਰ ਗਈ। ਉਸ ਵਿੱਚ ਸ਼੍ਰੀ ਰਾਮਦਾਸ ਜੀ ਦੇ ਬਹੁਤ ਸਾਰੇ ਰਿਸ਼ਤੇਦਾਰ ਸਨ। ਸਭ ਨੇ ਉੱਥੇ ਗੁਰੂ ਰਾਮਦਾਸ ਜੀ ਨੂੰ ਆਉਂਦਾ ਤੱਕਿਆ। ਮਿੱਟੀ ਨਾਲ ਉਹਨਾਂ ਦੇ ਅੰਗ ਲਿਬੜੇ ਹੋਏ ਸਨ। ਉਹ ਉਸ ਵੇਲੇ ਬੌਲੀ ਦੀ ਸੇਵਾ ਕਰ ਰਹੇ ਸਨ। ਰਿਸ਼ਤੇਦਾਰਾਂ ਨੇ ਉਸ ਦੀ ਇਹ ਹਾਲਤ ਦੇਖ ਕੇ ਕਿਹਾ ਕਿ ਤੂੰ ਕੁਲ ਦੀ ਲਾਜ ਗਵਾ ਦਿੱਤੀ ਹੈ, ਸਹੁਰਿਆਂ ਦੇ ਘਰ ਮਿੱਟੀ ਢੋਈ ਜਾ ਰਿਹਾ ਹੈ। ਪਰ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ, ਕਹਿਓ ਸਭਨ ਸੋ ਜਾਣਤ ਨਾਹਨ, ਸ਼੍ਰੀ ਸਤਿਗੁਰ ਮਹਿਮਾ ਦੁਖਦਾਹਨ, ਏਕ ਬੇਰ हेरे कर करुणा, कट है कोट संकट भव मरना, परमेश्वर की प्राप्त देत, जिस है आराधे जोग समेत, किसु कृत ते जो नह पयत, सो सतगुर टिग सुगम लभयत, जिनकी सेव न बिरथी जाए, मन बाशत श्रद्धा ते पाए, इनकी सेव करह नह जोए, तिम समकौण मंद मत होए, जिसके बड़े भाग शुभ अह, सो सतगुर की सेवा लह,
इसते परै लाभ नहीं और होए गुरदास सबन सिरमौर। ਜੇਠਾ ਜੀ ਦਾ ਉੱਤਰ ਸੁਣ ਕੇ ਸਭ ਰਿਸ਼ਤੇਦਾਰ ਚੁੱਪ ਹੋ ਗਏ। ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਸਾਧੂ ਤੇ ਰਮਤੇ ਕਈ ਭੇਖਾਂ ਵਿੱਚ ਫਿਰਦੇ ਸਨ। ਇਹਨਾਂ ਦਾ ਨਿਰਵਾਹ ਪਿੰਡ ਵਾਸੀਆਂ ਦੇ ਦਾਨ 'ਤੇ ਹੁੰਦਾ ਸੀ, ਕਿਉਂਕਿ ਇਹ ਆਪਣੇ ਆਪ ਵਿੱਚ ਧਾਰਮਿਕ ਕਹਾਉਂਦੇ ਸਨ। ਇਸ ਤਰ੍ਹਾਂ ਦਾ ਹੀ ਇੱਕ ਤਪਾ ਗੋਇੰਦਵਾਲ ਰਹਿੰਦਾ ਸੀ। ਇਹ ਉਸ ਜੋਗੀ ਦਾ ਮਿੱਤਰ ਸੀ ਜੋ ਗੁਰੂ ਅੰਗਦ ਜੀ ਦੀ ਨਿੰਦਾ ਕਰਦਾ ਸੀ ਅਤੇ ਜਿਸ ਨੂੰ ਗੁਰੂ ਅਮਰਦਾਸ ਜੀ ਨੇ ਫਿਟਕਾਰ ਦਿੱਤਾ ਸੀ। ਇਹ ਜੋਗੀ ਗੁਰੂ ਅਮਰਦਾਸ ਜੀ ਦੀ ਨਿੰਦਾ ਕਰਨ ਵਿੱਚ ਵੀ ਬਹੁਤ ਮਾਹਰ ਸੀ। ਜਦੋਂ ਬਾਉਲੀ ਤਿਆਰ ਹੋ ਗਈ ਅਤੇ ਉਸ ਦੀ ਚੱਠ 'ਤੇ ਗੁਰੂ ਜੀ ਨੇ ਪ੍ਰੀਤੀ ਭੋਜਨ ਕੀਤਾ ਤਾਂ ਸਾਰੇ ਸੰਤ, ਮਹੰਤ, ਜਤੀ ਆਦਿਕ ਭੋਜਨ ਲਈ ਸੱਦੇ। ਉਸ ਤਪੇ ਨੂੰ ਵੀ ਸੱਦਿਆ, ਪਰ ਉਹ ਤਪਾ ਨਾ ਆਇਆ। ਉਸ ਵੱਲ ਕਈ ਬੰਦੇ ਭੇਜੇ, ਪਰ ਉਸ ਉੱਤੇ ਫਿਰ ਵੀ ਕੋਈ ਅਸਰ ਨਾ ਹੋਇਆ। ਗੁਰੂ ਜੀ ਨੇ ਹਰ ਭੋਜਨ ਛਕਣ ਵਾਲੇ ਨੂੰ ਪਹਿਲਾਂ 1, ਫਿਰ 2 ਅਤੇ ਫਿਰ 5 ਅਤੇ ਫਿਰ 10 ਰੁਪਏ ਦੇਣ ਦਾ ਹੁਕਮ ਕੀਤਾ। ਤਪਾ ਮਨ ਹੀ ਮਨ ਵਿੱਚ ਲਲਚਾਉਂਦਾ ਰਿਹਾ, ਪਰ ਜਦੋਂ ਗੁਰੂ ਜੀ ਨੇ ਹਰ ਭੋਜਨ ਛਕਣ ਵਾਲੇ ਨੂੰ 1 ਮੋਹਰ ਦੇਣ ਲਈ ਕਿਹਾ ਤਾਂ ਤਪਾ ਵਿਆਕੁਲ ਹੋ ਗਿਆ। ਤਪੇ ਨੇ ਆਪਣੇ ਪੁੱਤਰ ਨੂੰ ਸਿੱਧੇ ਰਸਤੇ ਨਹੀਂ ਭੇਜਿਆ। ਮੋਹਰ ਮਿਲਣ ਦੇ ਲਾਲਚ ਪਿੱਛੇ ਉਸ ਨੂੰ ਦੀਵਾਰ ਤੋਂ ਟਪਾਇਆ। ਇਸ ਤਰ੍ਹਾਂ ਕਰਨ ਨਾਲ ਉਸ ਦੀ ਲੱਤ 'ਤੇ ਚੋਟ ਲੱਗੀ। ਗੁਰੂ ਜੀ ਨੇ ਉਸ ਦੇ ਪੁੱਤਰ ਨੂੰ ਭੋਜਨ ਛਕਾਇਆ ਅਤੇ ਮੋਹਰ ਦਿੱਤੀ। ਰਵਾਇਤ ਹੈ ਕਿ ਇਸ ਸਮੇਂ ਗੁਰੂ ਰਾਮਦਾਸ ਜੀ ਨੇ ਸਭ ਕੁਝ ਵੇਖਿਆ ਅਤੇ ਗੁਰੂ ਬਣਨ ਤੋਂ ਬਾਅਦ ਇਸ ਨੂੰ ਸ਼ਬਦ ਦੇ ਰੂਪ ਵਿੱਚ ਉਚਾਰਿਆ, ਜੋ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਅੰਕਿਤ ਹੈ। ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ। ਅੱਗੇ ਦੇ ਸੱਦਿਆ ਸਤੇ ਦੀ ਭਿਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕੇ ਆਣ ਤਪੈ ਪੁੱਤ ਵਿੱਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਜਿੱਥੇ ਥੋੜ੍ਹਾ ਧਨ ਵੇਖੈ, ਤਿੱਥੇ ਤਪਾ ਪਿਟੈ ਨਾਹੀਂ। ਧਨ ਬਹੁਤਾ ਡਿਠੈ, ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ ਬਗੁਲਾ ਹੈ, ਬਹਿਸਾਤ ਜਨਾ ਵਿਚਾਰਿਆ। ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੈ। ਇਤ ਦੁੱਖ ਹੈ ਤਪਾ ਦੈ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ। ਸਭ ਗਿਆ ਤਪੇ ਕਾ ਘਾਲਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਘਾ ਕਰ ਵੇਖਾਲਿਆ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾਂ ਹਤਿਆਰਿਆ। ਫਿਰ ਇਸ ਤਪੇ ਦੇ ਮੂੰਹ ਕੋਈ ਲਗੋ ਨਾਹੀਂ, ਇਹ ਸਤਿਗੁਰੂ ਹੈ ਫਟਕਾਰਿਆ। ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਜੋ ਬੁਝੈ ਸੋ ਦਇ ਸਵਾਰਿਆ। ਸਭਨ ਸੁਨਾਵਤ ਬਾਂਕ ਅਲਾਵਹਿ, ਇਸकी सेवा मोह मन भावਹਿ। आपा कबहु न करਹਿ ਜਨਾਵਨ, ਨਿਸ ਦਿਨ ਪ੍ਰੇਮ ਭਗਤ ਮਹਿ ਪਾਵਨ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਦਾ ਨਿਸ਼ਚਾ ਕਰ ਲਿਆ, ਕਿਉਂਕਿ ਰਾਮਦਾਸ ਜੀ ਸਿੱਖੀ ਦੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹਨਾਂ ਸਾਰੀ ਉਮਰ ਸੇਵਾ, ਨਾਮ, ਬਾਣੀ, ਸਿਮਰਨ ਅਤੇ ਨਿਮਰਤਾ ਵਿੱਚ ਬਿਤਾਈ ਸੀ। ਗੁਰੂ ਰਾਮਦਾਸ ਜੀ ਦੀ ਗੁਰਿਆਈ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਮਕਲੀ ਰਾਗ ਦੀ ਸੱਧ ਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ। ਹਰ ਭਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ। ਕੋਈ ਕਰ ਬਖੀਲੀ ਨਿਵੈ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ।
ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸੱਧ ਬਾਣੀ ਦਾ ਕਰਤਾ ਸੁੰਦਰ ਗੁਰੂ ਅਮਰਦਾਸ ਜੀ ਦਾ ਪੜਪੋਤਾ ਸੀ। ਇਹ ਗੁਰੂ ਅਮਰਦਾਸ ਜੀ ਦੇ ਸਪੁੱਤਰ ਮੋਹਰੀ ਦੇ ਪੁੱਤਰ ਆਨੰਦ ਦਾ ਪੁੱਤਰ ਸੀ। ਭਾਵੇਂ ਸੁੰਦਰ ਦੀ ਸੱਦ ਗੁਰੂ ਅਮਰਦਾਸ ਜੀ ਦੇ ਸਮੇਂ ਨਹੀਂ ਲਿਖੀ ਗਈ, ਪਰ ਇਹ ਗੁਰੂ ਘਰ ਦੇ ਵੰਸ਼ ਵਿੱਚੋਂ ਹੋਣ ਕਰਕੇ ਇਹਨਾਂ ਦੀ ਲਿਖਤ ਕਾਫੀ ਮਹਾਨਤਾ ਰੱਖਦੀ ਹੈ। ਇਹ ਗੁਰੂ ਅਰਜਨ ਸਾਹਿਬ ਦੇ ਸਮੇਂ ਦੀ ਲਿਖੀ ਜਾਪਦੀ ਹੈ। ਮੋਹਨ ਗੁਰੂ ਅਮਰਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਹ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ 'ਤੇ ਨਾਰਾਜ਼ ਸੀ। ਉਹ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ। ਇਸ ਲਈ ਭਾਈ ਗੁਰਦਾਸ ਜੀ ਨੇ ਮੋਹਨ ਕਮਲਾ ਹੋਇਆ ਲਿਖਿਆ ਹੈ। ਮੋਹਨ ਦਾ ਇੱਕੋ ਇੱਕ ਪੁੱਤਰ ਸਹੰਸਰ ਰਾਮ ਸੀ, ਜਿਸ ਨੇ ਪੋਥੀਆਂ ਲਿਖਣ ਦਾ ਕੰਮ ਕੀਤਾ ਹੈ। ਭਾਈ ਸੰਤੋਖ ਸਿੰਘ ਜੀ ਅਨੁਸਾਰ ਗੁਰੂ ਰਾਮਦਾਸ ਜੀ ਨੇ 6 ਸਾਲ 11 ਮਹੀਨੇ 18 ਦਿਨ ਗੁਰਿਆਈ ਕੀਤੀ। ਸ਼੍ਰੀ ਗੁਰੂ ਰਾਮਦਾਸ ਜਗ ਪਾਇਓ, ਗੁਣ ਅਨੇਕ ਜੁਤ ਤਖਤ ਸੁਹਾਇਓ। ਸੰਮਤ ਖਸਟ ਇਕਾਦਸ਼ ਮਾਸ, ਦਿਵਸ ਅਸ਼ਟ ਦਸ ਸ਼੍ਰੀ ਸੁਖਰਾਸ। ਗੁਰਤਾ ਗਾਦੀ ਪਰ ਥਿਤ ਰਹੇ, ਜਿਨ ਕੇ ਅਨਕ ਦਾਸ ਗਤ ਲਹੇ। 16 7 38 ਸਾਲ, ਭਾਦੋਂ ਸੁਦੀ ਤੀਜ ਗੁਰਦਿਆਲ। ਗੁਰੂ ਰਾਮਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਵਾਲਾ ਹੈ। ਗੁਰੂ ਕਾ ਚੱਕ ਜੋ ਮੌਜੂਦਾ ਸ਼੍ਰੀ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਪਿੱਛੋਂ ਸਿੱਖੀ ਦਾ ਮਹਾਨ ਕੇਂਦਰ ਬਣਿਆ। ਇਸ ਇਲਾਕੇ ਦੇ ਨੌਜਵਾਨਾਂ ਨੇ ਸਿੱਖੀ ਧਾਰਨ ਕਰਕੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਦਾ ਟਾਕਰਾ ਕੀਤਾ। ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ। ਆਪ ਸੇਵਾ ਅਤੇ ਨਿਮਰਤਾ ਦੇ ਪੁੰਜ ਸਨ। ਕਈ ਰਾਗਾਂ ਦੇ ਗਿਆਤਾ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਰਾਗ ਆਪ ਜੀ ਦੇ ਸ਼ਬਦਾਂ ਨਾਲ ਆਰੰਭ ਹੁੰਦੇ ਹਨ। ਆਪ ਜੀ ਦੀ ਬਾਣੀ 30 ਰਾਗਾਂ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਜਪ ਗੁਰੂ ਰਾਮਦਾਸ ਜੀਓ ਕੇ 10 ਖਤਾਂ ਕਾ ਨਕਲ ਲਿਖਿਆ ਮਿਲਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵੇਲੇ ਗੁਰੂ ਰਾਮਦਾਸ ਜੀ ਦੇ ਹੱਥ ਲਿਖਤ ਗੁਟਕੇ ਤੋਂ ਜਪਜੀ ਸਾਹਿਬ ਨੂੰ ਉਤਾਰਿਆ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਅਸੀਂ ਉਹਨਾਂ ਨੂੰ ਕੋਟਾਨ ਕੋਟ ਵਾਰ ਨਮਸਕਾਰ ਕਰਦੇ ਹਾਂ। ਧੰਨਵਾਦ। राम सोदास गुरु सुख रास, हरै जम तास हृदय निष्काम।